ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਸਿੱਖ ਜਗਤ ਵੱਲੋਂ ਖਾਲਸਾ ਜੀ ਦਾ ਸਿਰਜਣਾ ਦਿਵਸ ਵੈਸਾਖੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਹੀ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਵੀ ਖਾਲਸਾ ਜੀ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਸਾਹਮਣੇ ਰੱਖ ਕੇ ਜ਼ੂਮ ਰਾਹੀਂ ਇਸ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਜੋ 12 ਮਾਹ ਤੁਖਾਰੀ ਉਚਾਰਨ ਕੀਤਾ ਹੈ, ਉਸ ਵਿੱਚ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ। ਜਿਵੇਂ ਵੈਸਾਖ ਦੇ ਮਹੀਨੇ ਅੰਦਰ ਬਸੰਤ ਰੁੱਤ ਬਨਾਸਪਤੀ ਦੀਆਂ ਨਵੀਆਂ ਕਰੂੰਬਲਾਂ ਨਵੇਂ ਪੱਤੇ ਜਨਮ ਲੈਂਦੇ ਨੇ, ਹਰ ਪਾਸੇ ਹਰਿਆਵਲ ਹੈ, ਅੱਖਾਂ ਨੂੰ ਠੰਡ ਪਾ ਰਹੀ ਹੈ, ਪਰ ਇਸੇ ਤਰ੍ਹਾਂ ਮਨੁੱਖ ਵੀ ਚਾਹੁੰਦਾ ਸਾਡੇ ਧੁਰ ਅੰਦਰ ਉਹ ਹਰਿਆਵਲ, ਉਹ ਖੇੜਾ ਹੋਵੇ। ਉਸ ਵਿੱਚ ਹਜ਼ੂਰ ਨੇ ਬਖਸ਼ਿਸ਼ ਕੀਤੀ ਕਿ ਇੱਕ ਜਗਿਆਸੂ, ਇੱਕ ਬਿਰਹਨੀ ਪ੍ਰਭੂ ਚਰਨਾਂ ਵਿੱਚ ਇਹ ਅਰਦਾਸ ਕਰਦੀ ਹੈ ਕਿ ਮਾਲਕ ਜੀ, ਵੈਸਾਖ ਦਾ ਮਹੀਨਾ ਕਿਤਨਾ ਸੋਹਣਾ ਹੈ। ਕੁਦਰਤ ਰਾਣੀ ਨੇ ਆ ਸ਼ਖਾਵਾਂ ਦਾ ਸ਼ਿੰਗਾਰ ਕੀਤਾ ਹੋਇਆ ਹੈ। ਮੇਰੇ ਤੇ ਬਖਸ਼ਿਸ਼ ਕਰੋ, ਤੁਸੀਂ ਮੇਰੇ ਹਿਰਦੇ ਘਰ ਵਿੱਚ ਆ ਜਾਓ। ਭਾਵੇਂ ਸੰਸਾਰੀ ਤੌਰ ਤੇ ਮੇਰੇ ਕੋਲ ਸਾਜ਼ੋ ਸਮਾਨ ਬਹੁਤ ਕੁਝ ਹੋਵੇ, ਪਰ ਜੇ ਆਪ ਘਰ ਵਿੱਚ ਨਹੀਂ ਆਉਂਦੇ ਤੇ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਤੁਸੀਂ ਘਰ ਵਿੱਚ ਆ ਜਾਓ ਤੇ ਮੇਰੀ ਕੋਈ ਕੀਮਤ ਪਾ ਵੀ ਨਹੀਂ ਸਕਦਾ, ਮੈਂ ਅਮੋਲਕ ਹੋ ਜਾਵਾਂਗੀ। ਔਰ ਦੂਸਰਾ ਬਚਨ ਕੀਤਾ ਕਿ ਵੈਸਾਖ ਦੇ ਮਹੀਨੇ ਵਿੱਚ ਜਿਸ ਦੀ ਸੁਰਤ ਸ਼ਬਦ ਵੀ ਜੁੜ ਜਾਏ, ਸੱਚ ਇਹ ਵੇ ਉਹਦੇ ਲਈ ਵੈਸਾਖ ਦਾ ਮਹੀਨਾ ਭਲਾ ਹੈ। ਸਤਿਗੁਰਾਂ ਦੇ ਅੰਮ੍ਰਿਤ ਬਚਨ ਨੇ, ਵੈਸਾਖ ਭਲਾ ਸ਼ਾਖਾ ਵੇਸ਼ ਕਰੇ, ਧਨ ਦੇਖੈ ਹਰ ਦਵਾਰ, ਆਵੋ ਦਇਆ ਕਰੇ, ਘਰ ਆਵੋ ਪਿਆਰੇ, ਦੁੱਤਰ ਤਾਰੇ, ਤੁਧ ਬਿਨ ਅੱਡ ਨ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੈ ਢੋਲੋ, ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ, ਨਾਨਕ ਵੈਸਾਖੀ ਪ੍ਰਭ ਪਾਵੈ, ਸੁਰਤ ਸ਼ਬਦ ਮਨ ਮਾਨਾ। ਗੁਰੂ ਨਾਨਕ ਸਾਹਿਬ ਨੇ ਇਸ ਅੰਮ੍ਰਿਤ ਬਚਨ ਵਿੱਚ 3 ਬਚਨ ਖਾਸ ਕਰਕੇ ਕੀਤੇ ਕਿ ਜੇ ਪਰਮੇਸ਼ਵਰ ਆਪ ਘਰ ਵਿੱਚ ਹੋ ਤੇ ਸੱਚ ਇਹ ਵੇ ਮੇਰੀ ਕੋਈ ਕੀਮਤ ਪਾ ਹੀ ਨਹੀਂ ਸਕਦਾ, ਮੈਂ ਅਮੋਲਕ ਹਾਂ। ਜੇ ਗੁਰੂ ਪਰਮੇਸ਼ਵਰ ਵਾਹਿਗੁਰੂ ਜੀ ਦਾ ਸਿਮਰਨ ਸ਼ਬਦ ਦੀ ਬਖਸ਼ੀਸ਼ ਤੋਂ ਵਿਰਵਾ ਹੈ ਅੰਦਰ, ਤੇ ਸੱਚ ਇਹ ਵੇ ਕਿ ਬੰਦੇ ਦੀ ਕੀਮਤ ਅੱਧੀ ਕੌਡੀ ਜਿੰਨੀ ਵੀ ਨਹੀਂ। ਔਰ ਵੈਸਾਖ ਦਾ ਮਹੀਨਾ ਉਸ ਲਈ ਭਾਗਾਂ ਵਾਲਾ ਭਲਾ ਹੈ ਜਿਹਦੀ ਸੁਰਤ ਸਤਿਗੁਰੂ ਦੇ ਸਤ ਸ਼ਬਦ ਦੇ ਵਿੱਚ ਚੁੱਭ ਗਈ, ਜੁੜ ਗਈ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਵੈਸਾਖ ਦੇ ਮਹੀਨੇ ਵਿੱਚ ਸੁਰਤ ਸ਼ਬਦ ਦਾ ਮਿਲਾਪ, ਪ੍ਰਭੂ ਦਾ ਹਿਰਦੇ ਘਰ ਵਿੱਚ ਆਉਣਾ। ਔਰ ਦੂਸਰੀ ਗੱਲ, ਕੀਮਤ ਉਸ ਦੀ ਹੈ ਕਿ ਜਿਸ ਦੇ ਜੀਵਨ ਵਿੱਚ ਸਤਿਗੁਰੂ ਦੇ ਸ਼ਬਦ ਦੀ ਕਲਾ ਵਰਤ ਰਹੀ ਹੈ। ਉੱਥੇ ਗੁਰੂ ਅਰਜਨ ਸਾਹਿਬ ਜੀ ਨੇ ਵੈਸਾਖ ਦੇ ਮਹੀਨੇ ਵਿੱਚ ਹੋਰ ਬਖਸ਼ਿਸ਼ ਕਰਦਿਆਂ ਕਿਹਾ ਕਿ ਦੇਖੋ, ਵੈਸਾਖ ਦੇ ਮਹੀਨੇ ਵਿੱਚ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਲਈ, ਗੁਰੂ ਲਈ, ਸ਼ਬਦ ਲਈ ਪ੍ਰੇਮ ਦੀ ਖੇਚੀ ਨਹੀਂ, ਸੱਚ ਇਹ ਵੀ ਕਿ ਉਹਨਾਂ ਬੰਦਿਆਂ ਦੇ ਅੰਦਰ ਕਦੀ ਧੀਰਜ ਨਹੀਂ ਆ ਸਕਦਾ। ਹਜ਼ੂਰ ਦੇ ਅੰਮ੍ਰਿਤ ਬਚਨ ਨੇ, ਵੈਸਾਖ ਭਲਾ, ਜੋ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਵੈਸਾਖ ਭਲਾ ਸਾਖਾ ਵੇਸ਼ ਕਰੇ, ਔਰ ਗੁਰੂ ਅਰਜਨ ਸਾਹਿਬ ਬਖਸ਼ਿਸ਼ ਕਰਦੇ ਨੇ, ਵੈਸਾਖ ਧੀਰਨ ਕਿਉ ਵਾਢੀਆਂ, ਜਿਨ੍ਹਾਂ ਪ੍ਰੇਮ ਵਿਸ਼ੋ, ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ। ਜੇ ਅੰਦਰ ਪ੍ਰੇਮ ਦਾ ਹੀ ਵਿਛੋੜਾ ਹੈ ਤੇ ਉਸ ਬੰਦੇ ਦੇ ਅੰਦਰ ਸੱਚ ਇਹ ਵੀ ਕਦੀ ਧੀਰਜ ਨਹੀਂ ਆ ਸਕਦਾ। ਹਾਲਾਂਕਿ ਵੈਸਾਖੀ ਦਾ ਜ਼ਿਕਰ, ਵੈਸਾਖ ਦਾ ਜ਼ਿਕਰ ਧੰਨ ਗੁਰੂ ਨਾਨਕ ਸਾਹਿਬ ਤੇ ਗੁਰੂ ਅਰਜਨ ਦੇਵ ਮਹਾਰਾਜ ਕਰ ਰਹੇ ਆ। ਔਰ ਇਤਿਹਾਸਕ ਤੌਰ ਤੇ ਕਿਹਾ ਜਾਂਦਾ ਹੈ ਵੈਸਾਖ ਦਾ ਮੇਲਾ ਜੋੜ ਮੇਲਾ ਔਰ ਦੀਵਾਲੀ ਦਾ ਜੋੜ ਮੇਲਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਹੁਤ ਪਿਆਰੇ ਸਿੱਖ ਭਾਈ ਪਾਰੋ ਪਰਮਹੰਸ ਜੀ, ਉਹਨਾਂ ਦੀ ਬੇਨਤੀ ਤੇ ਤੀਸਰੇ ਗੁਰਦੇਵ ਨੇ ਸ਼ੁਰੂ ਕੀਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੈਸਾਖੀ ਵਾਲੇ ਦਿਨ ਸਨ 1699 ਨੂੰ ਖਾਲਸਾ ਜੀ ਦੀ ਸਿਰਜਣਾ ਕੀਤੀ ਹੈ।
ਜਿਸ ਨੂੰ ਅਸੀਂ ਸਾਰੇ ਹਰ ਸਾਲ ਬੜੀ ਭਾਵਨਾ ਸਹਿਤ ਮਨਾਉਂਦੇ ਹਾਂ। ਉਸ ਵਿੱਚ ਅੰਮ੍ਰਿਤ ਦੀ ਦਾਤ ਦੇ ਕੇ ਔਰ ਆਪ ਅੰਮ੍ਰਿਤ ਛਕ ਕੇ ਆਪੇ ਗੁਰਚੇਲਾ ਦੀ ਸਤਿਗੁਰੂ ਨੇ ਸੰਧ ਵੀ ਪਾਈ ਹੈ। ਪਰ ਮੈਂ ਆਪ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜੋ ਕੁਛ ਆਨੰਦਪੁਰ ਸਾਹਿਬ 1699 ਦੀ ਵਿਸਾਖੀ ਨੂੰ ਹਜ਼ੂਰ ਨੇ ਕਿਰਪਾ ਕਰਕੇ ਸਾਡੇ ਤੇ ਬਖਸ਼ਿਸ਼ ਕੀਤੀ, ਉਸ ਦਾ ਪਿਛੋਕੜ ਜਾਣਨ ਵਾਸਤੇ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਆਰੰਭਤਾ ਕਰਨੀ ਪੈਗੀ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਸਾਨੂੰ ਸਭ ਨੂੰ ਪਤਾ ਹੈ ਕਿ ਭਾਰਤ ਦੀ ਧਰਤੀ ਤੇ 3 ਮਤ ਜਿਹੜੇ ਨੇ ਉਹ ਬਹੁਤ ਜ਼ਿਆਦਾ ਪ੍ਰਚਲਿਤ ਸਨ ਜਾਂ ਉਹਨਾਂ ਦਾ ਬੋਲਬਾਲਾ ਸੀ, ਔਰ ਉਹ 3 ਮਤ ਜਿਹੜੇ ਨੇ ਉਹਨਾਂ ਦੇ 3 ਆਗੂਆਂ ਦਾ ਜ਼ਿਕਰ ਹਜ਼ੂਰ ਨੇ ਬਾਣੀ ਵਿੱਚ ਕੀਤਾ ਹੈ ਗੁਰੂ ਨਾਨਕ ਸਾਹਿਬ ਨੇ। ਪਰ ਨਾਲ ਨਾਲ ਜਿਹੜੀ ਉਸ ਵਕਤ ਗਿਰਾਵਟ ਆ ਚੁੱਕੀ ਸੀ, ਲਿਬਾਸ ਸੀ, ਹਰ ਧਰਮ ਦੇ ਆਪਣੇ ਆਪਣੇ ਚਿੰਨ੍ਹ ਸਨ, ਪਰ ਸੱਚ ਇਹ ਵੇ ਕਿ ਬਾਹਰਮੁਖੀ ਚਿੰਨ੍ਹ ਜ਼ਰੂਰ ਸਨ, ਪਰ ਅੰਤਰਮੁਖੀ ਉਹਨਾਂ ਚਿੰਨ੍ਹਾਂ ਦੀ ਕੋਈ ਕੀਮਤ ਨਹੀਂ ਸੀ ਜਾਣ ਰਿਹਾ। ਮਹਾਰਾਜ ਜੀ ਨੇ ਆਪਣੀ ਬਾਣੀ 'ਚ ਇਹਨਾਂ 3 ਦਾ ਜ਼ਿਕਰ ਕੀਤਾ। ਉਸ ਵਿੱਚ ਪਹਿਲਾਂ ਜਿਸ ਦਾ ਰਾਜ ਸੀ, ਭਾਵੇਂ ਹਜ਼ੂਰ ਦੇ ਆਗਮ ਵੇਲੇ ਲੋਧੀ ਨੇ, ਸਤਿਗੁਰੂ ਦੀ ਖਿਆਤੀ ਦੇ ਵਿੱਚ ਮੁਗਲ ਆਉਂਦੇ ਆ, ਪਰ ਸਤਿਗੁਰਾਂ ਨੇ ਉਸ ਵਿਕੇ ਜਿਹੜਾ ਇਸਲਾਮ ਦੀ ਗੱਲ ਕਰਨ ਵਾਲਾ ਕਾਜ਼ੀ ਉਸ ਦਾ, ਔਰ ਸਨਾਤਨ ਮਤ ਕਹਿ ਲਾ ਜਾਂ ਹਿੰਦੂ ਧਰਮ ਦੀ ਗੱਲ ਕਰਨ ਵਾਲਾ ਬ੍ਰਾਹਮਣ, ਔਰ ਤੀਸਰਾ ਜੋਗ ਮਤ ਨਾਲ ਸੰਬੰਧਿਤ ਜੋਗੀ, ਉਸ ਦਾ ਜ਼ਿਕਰ ਕੀਤਾ। ਤੇ ਨਾਲ ਇਹ ਵੀ ਕਿਹਾ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਕਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਹ ਜਾੜੇ ਕਾ ਬੰਦ। ਸਤਿਗੁਰਾਂ ਨੇ ਇੱਥੇ ਧਰਮ ਦੀ ਗੱਲ ਕਰਨ ਵਾਲੇ ਧਰਮ ਦੇ ਆਗੂ, ਉਹਨਾਂ ਨੇ ਬਿਲਕੁਲ ਸੰਖੇਪ ਤੁਕਾਂ ਵਿੱਚ ਉਹਨਾਂ ਦੇ ਅੰਦਰ ਦੀ ਵਿਆਖਿਆ ਕਰਕੇ ਰੱਖ ਦਿੱਤੀ। ਕਾਜ਼ੀ ਨੇ ਇਨਸਾਫ ਕਰਨਾ, ਪਰ ਉਹ ਝੂਠ ਬੋਲ ਕੇ, ਰਿਸ਼ਵਤ ਖਾ ਕੇ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਬਣਾ ਰਿਹਾ ਸੀ। ਸੱਚ ਇਹ ਵੇ ਕਿ ਜੋਗੀ ਸ਼ਬਦ ਦੀ, ਸੁਰਤ ਦੀ, ਅਨਹਦ ਨਾਦ ਦੀ ਗੱਲ ਕਰ ਰਿਹਾ, ਪਰ ਉਹ ਸਮਾਜ ਦੀ ਤੋਂ ਦੂਰੀ ਬਣਾ ਕੇ ਦੂਰ ਪਹਾੜਾਂ ਕੰਦਰਾਂ ਵਿੱਚ ਲੁਕਿਆ ਹੋਇਆ ਹੈ। ਬ੍ਰਾਹਮਣ ਜਿਹੜਾ ਹੈ ਉਹ ਬੱਚੇ ਦੇ ਜਨਮ ਤੋਂ ਲੈ ਕੇ ਉਹਦੇ ਮਰਨ ਤੱਕ ਹਰ ਕਰਮ ਕਾਂਡ ਦੇ ਵਿੱਚ ਸਿਰਫ ਆਪਣੀ ਪ੍ਰਸ਼ਾਦੇ ਪਾਣੀ ਨੂੰ, ਉਹ ਆਪਣੀ ਰੋਜ਼ੀ ਨੂੰ ਵੀ ਸਾਹਮਣੇ ਰੱਖਦਾ ਹੈ। ਗੁਰੂ ਸਾਹਿਬ ਨੇ ਇੱਕ ਤਾਂ ਇਸ ਦਾ ਜ਼ਿਕਰ ਕੀਤਾ। ਦੂਸਰਾ ਮੈਂ ਬੇਨਤੀ ਕਰਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਉਸ ਵਕਤ ਦੀ ਤਾਲੀਮ ਵਾਲੇ ਜਿਹੜੇ ਪੜ੍ਹੇ ਲਿਖੇ ਵਿਦਵਾਨ ਸਨ, ਉਹਨਾਂ ਦਾ ਜ਼ਿਕਰ ਵੀ ਬਾਣੀ ਵਿੱਚ ਕੀਤਾ ਕਿ ਜੇ ਉਹ ਆਪਣੀ ਕੌਮ ਦਾ, ਆਪਣੇ ਸਮਾਜ ਦਾ, ਮਾਨਵਤਾ ਦਾ ਭਲਾ ਨਹੀਂ ਕਰਦੇ ਤੇ ਸੱਚ ਇਹ ਵੀ ਉਹ ਗਿਆਨ ਹਾਸਿਲ ਕਰਕੇ ਜ਼ੁਲਮ ਦੀ ਖਾਂ ਵਿੱਚ ਖਾਂ ਮਿਲਾ ਕੇ ਨਾ ਕੇਵਲ ਸਗੋਂ ਜ਼ਾਲਮ ਦਾ ਸਾਥ ਦਿੰਦੇ ਨੇ ਆਪਣੀ ਵਿਦਿਆ ਨਾਲ। ਸਤਿਗੁਰਾਂ ਨੇ ਅੰਮ੍ਰਿਤ ਬਾਣੀ ਵਿੱਚ ਉਹਨਾਂ ਦੇ ਭ੍ਰਸ਼ਟ ਜੀਵਨ ਦਾ ਜ਼ਿਕਰ ਵੀ ਕੀਤਾ ਹੈ। ਮੈਂ ਸ਼ਬਦ ਉਹਨਾਂ ਦਾ ਭ੍ਰਸ਼ਟ ਜੀਵਨ ਕਿਹਾ ਹੈ। ਮਹਾਰਾਜ ਜੀ ਦਾ ਇੱਕ ਬਚਨ ਹੁੰਦਾ ਹੈ, ਹਰਨਾ ਬਾਜਾਂ ਤੈ ਸਿਕਦਾਰਾਂ, ਇਹਨਾਂ ਪੜਿਆ ਨਾਉ, ਫਾਂਦੀ ਲੱਗੇ ਜ਼ਾਤ ਫਾਇਨ, ਅੱਗੇ ਨਾਹੀ ਥਾਉ, ਸੋ ਪੜਿਆ ਸੋ ਪੰਡਿਤ ਬੀਨਾ, ਜਿਨੀ ਕਮਾਣਾ ਨਾਉ। ਹਰਨ ਨੂੰ ਸ਼ਿਕਾਰੀ ਸਿਖਾਉਂਦਾ ਹੈ, ਬਾਜ਼ ਨੂੰ ਸ਼ਿਕਾਰੀ ਪਾਲਦਾ ਹੈ, ਪਰ ਦੋਨੋਂ ਸਿਖਾਏ ਹੋਏ ਜਿਹੜੇ ਨੇ ਉਹ ਆਪਣੀ ਜ਼ਾਤ ਦੇ ਹੀ ਜਿਹੜੇ ਜੀਵ ਨੇ ਉਹਨਾਂ ਨੂੰ ਮਰਵਾ ਰਹੇ ਨੇ ਜਾਂ ਉਹ ਸ਼ਿਕਾਰੀ ਦਾ ਸਾਥ ਦੇ ਰਹੇ ਨੇ। ਸਤਿਗੁਰੂ ਨੇ ਇਸ ਦਾ ਜ਼ਿਕਰ ਵੀ ਕੀਤਾ। ਅਗਲੀ ਗੱਲ ਮੈਂ ਹੋਰ ਕਰਾਂ, ਉਸ ਵਕਤ ਦਾ ਜੋ ਰਾਜ ਪ੍ਰਬੰਧ ਸੀ, ਭਾਵੇਂ ਕਿਸੇ ਰਾਜੇ ਦਾ ਜ਼ਿਕਰ ਨਹੀਂ ਕੀਤਾ, ਹਾਂ ਬਾਬਰ ਬਾਣੀ ਵਿੱਚ ਜ਼ਿਕਰ ਜ਼ਰੂਰ ਕੀਤਾ ਬਾਬਰ ਦਾ, ਪਰ ਸਤਿਗੁਰਾਂ ਨੇ ਸਮੁੱਚਾ ਇੱਕ ਸ਼ਬਦ ਵਰਤਿਆ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਛਟ ਜਾਓ। ਮੈਂ ਅਰਜ਼ ਕਰਾਂ ਕਿ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਜਿੱਥੇ ਰੂਹਾਨੀਅਤ ਦੇ ਸਿਖਰ ਨੂੰ ਛੂਹਿਆ, ਸੱਚ ਇਹ ਵੇ ਕਿ ਸੁੱਕੇ ਹੋਏ ਅੰਦਰ ਪਰਮਾਤਮਾ ਨਾਲ ਜੋੜੇ, ਉਸ ਦੀ ਨਦਰੇ ਕਰਮ ਨੇ, ਉਸ ਦੀ ਅੰਮ੍ਰਿਤ ਦ੍ਰਿਸ਼ ਨੇ, ਸਤਿਗੁਰਾਂ ਦੀ ਨੇ ਕਰੋੜਾਂ ਨੂੰ, ਅਣਗਿਣਤਾਂ ਨੂੰ ਤਾਰ ਦਿੱਤਾ। ਪਰ ਸਤਿਗੁਰਾਂ ਨੇ ਉੱਥੇ ਉਸ ਵਕਤ ਦੇ ਸਮਾਜਿਕ ਢਾਂਚੇ ਦਾ ਔਰ ਖਾਸ ਕਰਕੇ ਮਾਨਸਿਕ ਗੁਲਾਮੀ ਔਰ ਸਰੀਰਕ ਗੁਲਾਮੀ, ਇਹਨਾਂ ਦੋਨਾਂ ਦਾ ਜ਼ਿਕਰ ਆਪਣੀ ਬਾਣੀ ਵਿੱਚ ਕੀਤਾ ਵੀ ਲੋਕ ਕਿਵੇਂ ਗੁਲਾਮ ਨੇ, ਕਿ ਜਦੋਂ ਕਿਸੇ ਦਾ ਰਾਜ ਆਉਂਦਾ ਹੈ ਕਿਵੇਂ ਲੋਕ ਧੱਕੇ ਨਾਲ ਆਪਣਾ ਧਰਮ ਲਾਗੂ ਕਰਾਉਂਦੇ ਆ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਇੱਕ ਬਚਨ ਹੈ ਕਿ ਆਦਿ ਪੁਰਖ ਕੋ ਅੱਲਾਹ ਕਹੀਏ ਸੇਖਾਂ ਆਈ ਵਾਰੀ। ਮਹਾਰਾਜ ਕਹਿੰਦੇ ਨੇ ਵੇਖੋ, ਜਿਹਨੂੰ ਆਦਿ ਪੁਰਖ ਕਿਹਾ ਜਾਂਦਾ ਸੀ,
ਅੱਜ ਰਾਜ ਦੇ ਜ਼ੋਰ ਨਾਲ ਉਹ ਕਿਹਾ ਜਾਂਦਾ ਤੁਸੀਂ ਅੱਲਾ ਬੋਲੋ। ਮੈਂ ਹੋਰ ਬੇਨਤੀ ਕਰਾਂ, ਤਾਕਤ ਦੇ ਜ਼ੋਰ ਨਾਲ, ਰਾਜ ਪ੍ਰਬੰਧ ਦੇ ਜ਼ੋਰ ਨਾਲ ਜਦੋਂ ਕੋਈ ਦੂਜੇ ਦੇ ਧਰਮ ਨੂੰ ਮਿਟਾਉਣ ਦਾ ਜ਼ਿਕਰ ਕਰੇ, ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ, ਗੁਰਮਤ ਦੀ ਵਿਚਾਰਧਾਰਾ ਇਹਨੂੰ ਬਿਲਕੁਲ ਵੀ ਸਵੀਕਾਰ ਨਹੀਂ ਕਰਦੀ। ਇੱਕ ਉਦਾਹਰਨ ਸਿਰਫ ਹੋਰ ਮੈਂ ਆਪ ਜੀ ਨੂੰ ਦੇ ਦਿੰਦਾ, ਕਿਉਂਕਿ ਮੇਰਾ ਵਿਸ਼ਾ ਗੁਰਬਾਣੀ ਹੈ। ਅਸੀਂ ਭਗਤ ਨਾਮਦੇਵ ਜੀ ਦੀ ਬਾਣੀ ਪੜ੍ਹਨੇ, ਉਹਨਾਂ ਨੂੰ ਹਕੂਮਤ ਪਕੜਦੀ ਹੈ ਤੇ ਉਹਨਾਂ ਤੇ ਦਬਾਅ ਪਾਇਆ ਜਾਂਦਾ ਹੈ ਕਿ ਤੁਸੀਂ ਰਾਮ ਸ਼ਬਦ ਬੋਲਣਾ ਬੰਦ ਕਰ ਦਿਓ। ਇਹ ਵੀ ਬੇਨਤੀ ਕਰਾਂਗਾ, ਇੱਥੇ ਰਾਮ ਸ਼ਬਦ ਸਰਬ ਵਿਆਪਕ ਰਮੇ ਹੋਏ ਪਰਮਾਤਮਾ ਲਈ ਮੰਨਿਆ ਗਿਆ ਹੈ। ਤੁਸੀਂ ਰਾਮ ਸ਼ਬਦ ਨੂੰ ਤਿਆਗ ਦਿਓ ਤੇ ਖੁਦਾ ਬੋਲੋ, ਕਿਉਂਕਿ ਜਿਹੜਾ ਹਕੂਮਤ, ਜਿਹਦਾ ਰਾਜ ਭਾਗ ਹੈ, ਉਹਦੇ ਲਈ ਖੁਦਾ ਸ਼ਬਦ ਸਭ ਤੋਂ ਉੱਤਮ ਹੈ। ਹੁਣ ਉਸ ਵਿੱਚ ਉਹਨਾਂ ਨੂੰ ਸਰੀਰਕ ਤੌਰ ਤੇ ਤਸੀਹੇ ਦਿੱਤੇ ਜਾਂਦੇ ਆ। ਇੱਥੋਂ ਤੱਕ ਉਹਨਾਂ ਨੂੰ ਡੁਲਾਉਣ ਵਾਸਤੇ ਉਹਨਾਂ ਦੀ ਮਾਂ ਨੂੰ, ਭਗਤ ਨਾਮਦੇਵ ਜੀ ਦੀ ਮਾਤਾ ਨੂੰ ਸਾਹਮਣੇ ਲਿਆ ਜਾਂਦਾ ਤੇ ਮਾਂ ਵੀ ਇਹ ਸ਼ਬਦ ਕਹਿ ਦਿੰਦੀ, ਬੇਟਾ ਤੂੰ ਰਾਮ ਛੋੜ ਤੇ ਖੁਦਾ ਕਿਉਂ ਨਹੀਂ ਬੋਲ ਦਿੰਦਾ। ਜਿਵੇਂ ਬਾਣੀ ਵਿੱਚ ਉਹਨਾਂ ਨੇ ਆਪਣੀ ਰਸਨਾ ਤੋਂ ਆਪੇ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ, ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੇ ਖੁਦਾਏ। ਨਾਮਦੇਵ ਕਹਿੰਦੇ ਆ, ਨਾ ਹੋ ਤੇਰਾ ਪੁੰਗੜਾ, ਨਾ ਤੂੰ ਮੇਰੀ ਮਾਏ, ਪਿੰਡ ਪਰੈ ਤੂੰ ਹਰ ਗੁਣ ਗਾਏ। ਮੇਰੇ ਕਹਿਣ ਤੋਂ ਮੁਰਾਦ ਕਿ ਧੱਕੇ ਨਾਲ ਕਿਹਾ ਜਾ ਰਿਹਾ ਹੈ ਕਿ ਤੂੰ ਖੁਦਾ ਬੋਲ। ਉਂਝ ਵੈਸੇ ਭਗਤ ਨਾਮਦੇਵ ਖੁਦਾ ਲਫ਼ਜ਼ ਤੋਂ ਬਿਲਕੁਲ ਨਫ਼ਰਤ ਨਹੀਂ ਕਰਦੇ। ਆਪਣੀ ਮੌਜ ਵਿੱਚ ਉਹ ਸ਼ਬਦ ਕਹਿ ਦਿੰਦੇ ਆ। ਜੋੜਾਂ ਦਾ ਬਚਨ ਪੜ੍ਹਨੇ ਆ, ਮੈਂ ਅੰਦੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ, ਕਰੀਮਾ ਰਹੀਮਾ ਅੱਲਾਹ ਤੂੰ ਗਨੀ, ਹਾਜ਼ਰਾ ਹਜ਼ੂਰ ਦਰ ਪੇਸ਼ ਤੂੰ ਮਨੀ। ਇਹ ਇਸਲਾਮਿਕ ਨਾਮ ਭਗਤ ਨਾਮਦੇਵ ਜੀ ਆਪਣੀ ਰਚਨਾ 'ਚ ਵਰਤ ਰਹੇ ਆ। ਪਰ ਮੈਂ ਫਿਰ ਬੇਨਤੀ ਕਰਾਂ, ਸਰੀਰਕ ਤੌਰ ਤੇ ਵੀ ਲੋਕਾਂ ਨੂੰ ਗੁਲਾਮ ਕੀਤਾ ਔਰ ਮਾਨਸਿਕ ਤੌਰ ਤੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਉਹਨਾਂ ਨੇ ਸ਼ਬਦ ਦੀ ਵਿਚਾਰ ਰੱਖ ਕੇ, ਸ਼ਬਦ ਕੇਵਲ ਅੱਖਰ ਸੁੱਕੇ ਨਹੀਂ, ਉਸ ਰੂਹਾਨੀ ਬਚਨ ਨੂੰ, ਸ਼ਬਦ ਨੂੰ, ਉਹਦੀ ਬਖਸ਼ਿਸ਼ ਕੀਤੀ। ਮਾਨਸਿਕ ਤੌਰ ਤੇ ਵੀ ਗੁਲਾਮੀ ਕੱਟੀ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਸਰੀਰਕ ਤੌਰ ਤੇ ਵੀ ਗੁਲਾਮੀ ਕੱਟਣ ਦਾ ਇੱਕ ਬਹੁਤ ਵੱਡਾ ਹੋਕਾ ਦਿੱਤਾ। ਬੇਨਤੀ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਦੇ ਵਕਤ ਬਾਬਰ ਹੁੰਦਾ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਉਸ ਵਕਤ ਦੀ ਕੋਈ ਲਿਖਤ ਨਹੀਂ ਕਹਿ ਸਕਦੀ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੇ ਕਿਹਾ ਹੈ। ਸੱਚ ਇਹ ਵੇ, ਜਿਹੜੇ 4 ਸ਼ਬਦ ਅਸੀਂ ਪੜ੍ਹਨੇ ਆ, ਜੈਸੀ ਮੈਂ ਆਵਾ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਹੁਣ ਇੱਥੇ ਦੇਖੋ, ਪਾਪ ਕੀ ਜੰਜ ਸ਼ਬਦ ਵਰਤਿਆ, ਕਾਬਲੋ ਧਾਇਆ। ਜਾਂ ਦੂਸਰਾ ਸ਼ਬਦ ਉਹਨਾਂ ਦਾ ਪੜ੍ਹਦੇ ਹਾਂ ਕਿ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ, ਜੰਮ ਕਰ ਮੁਗਲ ਚੜਾਇਆ। ਇਸ ਵਿੱਚ ਸਤਿਗੁਰਾਂ ਨੇ ਇੱਕ ਸ਼ਬਦ ਵਰਤਿਆ, ਉਹ ਸ਼ਬਦ ਹੈ ਹਜ਼ੂਰ ਦਾ। ਕਹਿਣ ਲੱਗੇ ਕਿ ਸੱਚ ਇਹ ਵੇ ਕਿ ਜੰਮ ਕਰ ਮੁਗਲ ਚੜਾਇਆ ਜਿੱਥੇ ਹੈ, ਉੱਥੇ ਰਤਨ ਵਿਗਾੜ ਵਗੋਏ, ਕੁੱਤੀ ਮੋਇਆ ਸਾਰ ਨਾ ਕਾਈ। ਉਸ ਸਾਰੇ ਜ਼ੁਲਮ ਨੂੰ ਦੇਖ ਕੇ ਗੁਰੂ ਨਾਨਕ ਸਾਹਿਬ ਦਾ ਧੁਰ ਅੰਦਰ ਮਾਨਵਤਾ ਦੇ ਹੱਕ ਵਿੱਚ, ਹਿੰਦੁਸਤਾਨ ਦੇ, ਉਹ ਕਹਾ ਭਾਰਤ ਦੇ ਉਹ ਮਜ਼ਲੂਮ ਲੋਕ ਜਿਹੜੇ ਜਿਨ੍ਹਾਂ ਤੇ ਜ਼ੁਲਮ ਹੋਇਆ, ਉਹਨਾਂ ਦੇ ਹੱਕ ਵਿੱਚ ਜੇ ਪਹਿਲੀ ਆਵਾਜ਼ ਕਿਸੇ ਨੇ ਉਠਾਈ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਠਾਈ ਹੈ। ਇੱਕ ਹੋਰ ਇੱਥੇ ਬੇਨਤੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਜ਼ੁਲਮ ਦੇ ਵਿਰੋਧ ਵਿੱਚ, ਮਜ਼ਲੂਮ ਦੇ ਹੱਕ ਵਿੱਚ ਗੱਲ ਕੀਤੀ, ਉੱਥੇ ਜਿਹੜੇ ਲੋਕ ਆਪਣੇ ਚੰਗੇ ਗੁਣਾਂ ਨੂੰ ਭੁੱਲ ਕੇ, ਆਪਣੇ ਵਿਰਸੇ ਨੂੰ ਭੁੱਲ ਕੇ, ਆਪਣੇ ਖਾਨਦਾਨੀ ਗੁਣਾਂ ਨੂੰ ਭੁੱਲ ਕੇ ਮਾਇਆ ਵਿੱਚ, ਕਾਮ ਵਿੱਚ, ਜੋਬਨ ਵਿੱਚ, ਸੱਚ ਇਹ ਵਿਚਾਰ ਵਿੱਚ ਲੁਪਤ ਹੋ ਜਾਣ, ਸਤਿਗੁਰਾਂ ਨੇ ਉਹਨਾਂ ਨੂੰ ਵੀ ਝੰਜੋੜਾ ਦਿੰਦਿਆਂ ਕਿਹਾ ਸੀ, ਝਨੂਣਦਿਆਂ ਕਿਹਾ ਸੀ ਕਿ ਧਨ ਜੋਬਨ ਦੋ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ। ਤੇ 2 ਸ਼ਬਦ ਚੇਤੇ ਰੱਖਿਓ, ਧਨ ਔਰ ਜੋਬਨ, ਪੈਸਾ ਔਰ ਜਵਾਨੀ, ਐਸ਼ੋ ਇਸ਼ਰਤ। ਸਤਿਗੁਰਾਂ ਨੇ ਖੁੱਲ੍ਹ ਕੇ ਉਸ ਦਾ ਜ਼ਿਕਰ ਕੀਤਾ। ਅਗਲੀ ਗੱਲ, ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਖਸ਼ਿਸ਼ ਹੋਰ ਕੀਤੀ। ਕਰਤਾਰਪੁਰ 18 ਸਾਲ ਗੁਰਦੇਵ ਨੇ ਆਪ ਆਪਣੇ ਹੱਥੀਂ ਖੇਤੀ ਕੀਤੀ ਹੈ, ਪਰ ਇੱਕ ਪਾਸੇ ਬਾਬਰ ਸੀ, ਦੂਜੇ ਪਾਸੇ ਬਾਬਾ ਸੀ। ਬਾਬਰ ਦੀ ਮੌਤ ਤੇ ਹਮਾਯੂ ਗੱਦੀ ਤੇ ਬੈਠਦਾ, ਆਪ ਸਾਰੇ ਇਤਿਹਾਸ ਤੋਂ ਜਾਣੂ ਹੋ।
ਪਰ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੇ ਬਖਸ਼ਿਸ਼ ਕੀਤੀ, ਉਹਨਾਂ ਨੇ ਜਿਹੜਾ ਸੱਚ ਦਾ ਰਾਜ ਚਲਾਇਆ, ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਰਦੀ ਹੈ, ਜਿਹਦੀਆਂ ਨੀਆਂ ਬੜੀਆਂ ਤਾਣ ਵਾਲੀਆਂ ਨੇ, ਉਹਨਾਂ ਨੇ ਆਪਣੇ ਪੁੱਤਰ ਨੂੰ ਨਹੀਂ, ਆਪਣੇ ਕਿਸੇ ਰਿਸ਼ਤੇਦਾਰ ਨੂੰ ਨਹੀਂ, ਉਸ ਤਖਤ ਤੇ, ਉਸ ਗੱਦੀ ਤੇ, ਉਸ ਰਾਜ ਦਾ ਮਾਲਕ ਹਾਂ ਕਿ ਆਪਣੇ ਸੇਵਕ ਧੰਨ ਗੁਰੂ ਅੰਗਦ ਸਾਹਿਬ ਬਾਬਾ ਲਹਿਣਾ ਜੀ ਨੂੰ ਅੰਗਦ ਬਣਾ ਕੇ ਉਸ ਤਖਤ ਤੇ ਬਿਰਾਜਮਾਨ ਕੀਤਾ ਹੈ, ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਇਆ ਹੈ ਕਿ ਨਾਨਕ ਰਾਜ ਚਲਾਇਆ, ਸੱਚ ਕੋਟ ਸ਼ਤਾਣੀ ਨੀਮ ਦੈ, ਲਹਿਣੇ ਧਰਿਉਨ ਛਤ ਸ਼ੇਰ, ਕਰ ਸਿਫਤੀ ਅੰਮ੍ਰਿਤ ਪੀਵੰਦਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੀ ਗੱਦੀ ਦੇ ਵਾਰਸ ਧੰਨ ਗੁਰੂ ਅੰਗਦ ਸਾਹਿਬ ਬਣੇ। ਇੱਕ ਹੋਰ ਕਿ ਜਿਹੜੇ ਸ਼ਬਦ ਦੁਨਿਆਵੀ ਬਾਦਸ਼ਾਹਾਂ ਵਾਸਤੇ ਵਰਤੇ ਜਾਂਦੇ ਸਨ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਉਹ ਸਾਰੀ ਦੀ ਸਾਰੀ ਸ਼ਬਦਾਵਲੀ ਜਿਹੜੀ ਹੈ ਉਹ ਪਾਰ ਬ੍ਰਹਮ ਪਰਮੇਸ਼ਵਰ ਤੇ ਸਤਿਗੁਰੂ ਲਈ ਵਰਤੀ ਹੈ। ਮੈਂ ਆਪ ਨੂੰ ਕਿਹਾ ਵਿਚਾਰਾਂ ਦੇ ਤੌਰ ਤੇ ਵੀ ਗੁਲਾਮੀ, ਮਾਨਸਿਕ ਗੁਲਾਮੀ ਔਰ ਸਰੀਰਕ ਗੁਲਾਮੀ ਵੀ। ਜਿਵੇਂ ਪਾਤਸ਼ਾਹ ਸ਼ਬਦ ਹੈ ਜ਼ਿਆਦਾਤਰ ਬਾਦਸ਼ਾਹ ਵਾਸਤੇ ਵਰਤਿਆ ਜਾਣਾ, ਸਮਰਾਟ ਵਾਸਤੇ। ਜਿਵੇਂ ਤਖਤ ਸ਼ਬਦ ਹੈ, ਦੀਵਾਨ ਸ਼ਬਦ ਹੈ, ਚੌਰ ਸ਼ਬਦ ਹੈ, ਹੁਕਮ ਸ਼ਬਦ ਹੈ, ਇਹ ਜਿੰਨੇ ਸ਼ਬਦ ਨੇ, ਤਖਤ ਸ਼ਬਦ ਹੈ, ਇਹ ਸਾਰੇ ਦੇ ਸਾਰੇ ਸੰਬੰਧ ਸਨ ਉਸ ਵਕਤ ਰਾਜ ਭਾਗ ਦੇ ਨਾਲ। ਸਤਿਗੁਰੂ ਨੇ ਇਸ ਰੂਹਾਨੀ ਰਾਜ ਬਾਰੇ ਜਿਹਦਾ ਮੈਂ ਜ਼ਿਕਰ ਕੀਤਾ, ਨਾਨਕ ਰਾਜ ਚਲਾਇਆ ਸੱਚ ਕੋਟ ਸ਼ਤਾਣੀ ਨੀਮ ਦੈ, ਇਹ ਸਾਰੇ ਸ਼ਬਦ ਪਰਮਾਤਮਾ ਗੁਰੂ ਵਾਸਤੇ ਵਰਤੇ, ਕਿਉਂਕਿ ਦੁਨੀਆ ਦੇ ਤਖਤ, ਦੁਨੀਆ ਦੇ ਚੰਦੋਵੇ, ਦੁਨੀਆ ਦੇ ਚੋਬਦਾਰ, ਦੁਨੀਆ ਦੇ ਚੌਰਬਰਦਾਰ, ਦੁਨੀਆ ਦੇ ਨਗਾਰੇ, ਇਹ ਜਿਤਨੇ ਵੀ ਨੇ ਇੱਕ ਦਿਨ ਸਾਰੇ ਫਨਾ ਹੋ ਜਾਣੇ ਨੇ। ਮਹਾਰਾਜ ਜੀ ਨੇ ਕਿਹਾ ਤੂੰ ਕਿਸੇ ਬਾਦਸ਼ਾਹ ਦੀ ਗੁਲਾਮੀ ਮਤ ਕਰ, ਮੈਂ ਤੈਨੂੰ ਉਸ ਪਾਤਸ਼ਾਹ ਦਾ ਗੁਲਾਮ ਬਣਾਵਾਂਗਾ ਜਿਹਦੀ ਗੁਲਾਮੀ ਵਿੱਚ ਵੀ ਤੈਨੂੰ ਪਾਤਸ਼ਾਹੀ ਮਿਲੇਗੀ। ਮਹਾਰਾਜ ਜੀ ਨੇ ਜਿਹੜੇ ਸ਼ਬਦ ਵਰਤੇ, ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ, ਨਿਸ਼ਚਲ ਚੌਰ ਛਤ। ਜਾਂ ਅਸੀਂ ਪਾਠ ਕਰਨੇ ਆ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ। ਹਜ਼ੂਰ ਗੁਰੂ ਅੰਗਦ ਦੇ ਮਹਾਰਾਜ ਗੁਰਤਾ ਗੱਦੀ ਤੇ ਅਸੀਨ ਹੁੰਦੇ ਆ, ਰੱਬੀ ਬਾਣੀ ਜਿਹੜੀ ਹੈ ਉਹ ਉਚਾਰਦੇ ਆ। ਗੁਰੂ ਅਮਰਦਾਸ ਹੁੰਦੇ ਆ, ਗੁਰੂ ਅਮਰਦਾਸ ਦੇ ਦਰਬਾਰ ਵਿੱਚ ਅਕਬਰ ਵੀ ਆਉਂਦਾ ਹੈ। ਗੁਰੂ ਰਾਮਦਾਸ ਗੱਦੀ ਤੇ ਬਿਰਾਜਮਾਨ ਹੁੰਦੇ ਆ। ਸਾਧ ਸੰਗਤ, ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ, ਪਰ ਇਹ ਸ਼ਹਾਦਤ ਤੋਂ ਪਹਿਲਾਂ, ਕਿਉਂਕਿ ਇਹ ਸ਼ਹਾਦਤ ਨਿਰੋਲ ਸਿੱਖ ਸਿਧਾਂਤਾਂ ਲਈ ਹੋਈ ਹੈ, ਨਿਰੋਲ ਸਿੱਖੀ ਪ੍ਰਫੁੱਲਤ ਜਿਹੜੀ ਹੋ ਰਹੀ ਸੀ, ਉਸ ਵਿੱਚ ਆਪ ਨੂੰ ਇੱਕ ਬੇਨਤੀ ਹੈ ਕਿ ਗੁਰੂ ਅਰਜੁਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ। ਇਸ ਵਿੱਚ ਕਮਾਲ ਦੀ ਗੱਲ ਇਹ, ਜਿਹੜਾ ਆਪ ਜੀ ਨੇ ਖਾਲਸਾ ਰਾਜ ਦਾ ਸੰਕਲਪ ਰੱਖਿਆ ਹੈ, ਇਹ ਕੇਵਲ ਕੁਝ ਲੋਕਾਂ ਤੱਕ ਸੀਮਿਤ ਨਹੀਂ, ਸਮੁੱਚੀ ਮਾਨਵਤਾ ਇਹਨਾਂ ਲਫ਼ਜ਼ਾਂ ਦੇ ਵਿੱਚ ਸਮਾ ਜਾਂਦੀ ਹੈ। ਜਿਵੇਂ ਆਪ ਦੇਖੋ ਕਿ ਬੰਗਾਲ ਦੀ ਧਰਤੀ ਤੇ ਭਗਤ ਜੈ ਦੇਵ ਜੀ ਨੇ, ਪੰਜਾਬ ਦੀ ਧਰਤੀ ਤੇ ਬਾਬਾ ਫਰੀਦ ਸਾਹਿਬ ਨੇ, ਗੁਰੂ ਨਾਨਕ ਸਾਹਿਬ ਤੇ ਜੈ ਦੇਵ ਜੀ, ਬਾਬਾ ਫਰੀਦ ਜੀ, ਗੁਰੂ ਨਾਨਕ ਸਾਹਿਬ ਤੋਂ ਦੋਨੋਂ ਭਗਤ ਤਕਰੀਬਨ 300 ਸਾਲ ਪਹਿਲਾਂ, ਮੈਂ ਤਕਰੀਬਨ ਸ਼ਬਦ ਵਰਤੇ ਹੈ, ਉਹਨਾਂ ਦਾ ਜਨਮ ਹੁੰਦਾ ਹੈ। ਗੁਰੂ ਨਾਨਕ ਸਾਹਿਬ ਸੱਚ ਦੀ ਆਵਾਜ਼ ਨੂੰ ਲੁਕਾਉਂਦੇ ਨਹੀਂ, ਦਬਾਉਂਦੇ ਨਹੀਂ। ਜੇ ਬੰਗਾਲ 'ਚ ਕਿਸੇ ਸੱਚ ਬੋਲਿਆ, ਉਹਦੇ ਸ਼ਬਦ ਨੂੰ ਵੀ ਪੋਥੀ ਵੀ ਥਾਂ ਦਿੱਤੀ। ਜੇ ਪੰਜਾਬ ਦੀ ਧਰਤੀ ਤੇ ਫਰੀਦ ਨੇ ਸੱਚ ਬੋਲਿਆ ਤੇ ਉਸ ਸ਼ੇਖ ਫਰੀਦ ਦੇ ਸ਼ਬਦ ਨੂੰ ਵੀ ਆਪਣੀ ਬੋਲੀ, ਆਪਣੀ ਪੋਥੀ ਵਿੱਚ ਥਾਂ ਦਿੱਤੀ। ਮੈਂ ਪਹਿਲਾਂ ਜੇ ਪੋਥੀ ਸ਼ਬਦ ਵਰਤ ਰਿਹਾ, ਫਿਰ ਦੋਨਾਂ ਦੇ ਸ਼ਬਦ ਆਪਸ 'ਚ ਮੇਲ ਨਹੀਂ ਖਾਂਦੇ। ਇੱਕ ਬੋਲ ਰਿਹਾ ਪਰਮਾਦ ਪੁਰਖ ਮਨੋਪਮੰਗ ਸਤ ਆਦ ਭਾਵ ਰਤਨ, ਤੇ ਦੂਸਰਾ ਦਰਵੇਸ਼ ਬੋਲ ਰਿਹਾ ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ। ਉਹ ਅੱਲਾ ਸ਼ਬਦ ਵਰਤ ਰਿਹਾ, ਉਹ ਪਰਮਾਦ ਪੁਰਖ ਮਨੋਪਮੰਗ ਸ਼ਬਦ ਵਰਤ ਰਿਹਾ। ਮਹਾਰਾਜ ਜੀ ਨੇ ਕਿਹਾ ਸ਼ਬਦਾਂ ਦੀ ਸੰਕੀਰਨਤਾ ਨਹੀਂ, ਦੋਨੋਂ ਸੱਚ ਤੱਕ ਪਹੁੰਚੇ ਹੋਇਆ ਉਹਨਾਂ ਦੀ ਰਚਨਾ ਨੂੰ। ਦੂਜੀ ਗੱਲ ਇੱਕ ਹੋਰ ਕਿ ਉਸ ਵਕਤ ਜਿਹੜਾ ਸਿਸਟਮ ਸੀ ਭਾਰਤ ਦਾ, ਉਸ ਵਿੱਚ ਜਿਨ੍ਹਾਂ ਨੂੰ ਸ਼ੂਦਰ ਕਹਿੰਦੇ ਸਨ, ਕਿਉਂਕਿ ਗੁਰਮਤ ਨੇ ਸੱਚ ਇਹ ਵੇ ਜਨਮ ਕਰਕੇ ਕਿਸੇ ਨੂੰ ਸ਼ੂਦਰ ਨਹੀਂ ਮੰਨਿਆ। ਗੁਰਮਤ ਕਹਿੰਦੀ ਬੰਦਾ ਕਰਮਾਂ ਕਰਕੇ ਸ਼ੂਦਰ ਬਣਦਾ ਹੈ, ਕਮਜ਼ਾਤ ਬਣਦਾ ਹੈ, ਜਨਮ ਕਰਕੇ ਕੋਈ ਸ਼ੂਦਰ ਨਹੀਂ ਹੁੰਦਾ। ਫਿਰ ਬੇਨਤੀ ਸੁਣਿਓ, ਜਿਵੇਂ ਅਸੀਂ ਪਾਠ ਕਰਨੇ ਆ ਕਿ ਨਾਨਕ ਨਾਮੈ ਬਾਜ ਸਨਾਤ,
ਜਾਂ ਪਾਠ ਕਰਨੇ ਆ, ਖਸਮ ਵਿਸਾਰੈ ਤੇ ਕਮਜ਼ਾਤ। ਪਰ ਉਸ ਵਕਤ ਤੁਸੀਂ ਗੱਲ ਧਿਆਨ ਨਾਲ ਸੁਣਿਓ, ਖਾਲਸਾ ਦਾ ਦਿਨ ਆਪਾਂ ਮਨਾ ਰਹੇ ਹਾਂ ਕਿ ਜਿਨ੍ਹਾਂ ਭਗਤਾਂ ਨੂੰ ਪੜ੍ਹਨ ਦਾ ਕੋਈ ਅਧਿਕਾਰ ਨਹੀਂ, ਜਿਨ੍ਹਾਂ ਭਗਤਾਂ ਨੂੰ ਮੰਦਰ ਵੀ ਜਾਣ ਦਾ ਕੋਈ ਅਧਿਕਾਰ ਨਹੀਂ, ਜਿਨ੍ਹਾਂ ਨੂੰ ਸਵਰਨ ਜਾਤੀ ਵਾਲੇ ਲੋਕਾਂ ਦੇ ਖੂਹ ਤੋਂ ਪਾਣੀ ਭਰਨ ਦਾ ਕੋਈ ਅਧਿਕਾਰ ਨਹੀਂ। ਸੱਚ ਇਹ ਯਾਦ ਰੱਖਿਓ ਖਾਲਸਾ ਜੀ, ਗੁਰੂ ਨਾਨਕ ਸਾਹਿਬ ਦੀ ਜੋਤ ਨੇ ਇਹਨਾਂ ਸਾਰੇ ਭਗਤਾਂ ਨੂੰ, ਜਿਨ੍ਹਾਂ ਨੂੰ ਕੋਈ ਮੰਦਰ ਵਿੱਚ, ਖੂਹ ਤੇ, ਕਿਸੇ ਵਿਦਿਆਲਿਆ ਵਿੱਚ ਨਹੀਂ ਜਾਣ ਦਿੰਦਾ, ਸਤਿਗੁਰੂ ਨੇ ਉਹਨਾਂ ਦੇ ਸਾਰੇ ਰੱਬੀ ਗਿਆਨ ਨੂੰ, ਰੂਹਾਨੀ ਗਿਆਨ ਨੂੰ ਇੱਕ ਥਾਂ ਤੇ ਇਕੱਠਿਆਂ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਦੇ ਦਿੱਤੀ। ਸਤਿਗੁਰੂ ਨੇ ਇਸੇ ਕਰਕੇ ਭਗਤ ਰਵਿਦਾਸ ਜੀ ਮਹਾਰਾਜ, ਜਿਹੜੇ ਆਪਣੇ ਆਪ ਲਈ ਸ਼ਬਦ ਵਰਤਿਆ, ਕਹਿ ਰਵਿਦਾਸ ਚਮਾਰ। ਭਗਤ ਨਾਮਦੇਵ ਜੀ ਕਹਿ ਰਿਹਾ, ਛੀਪੇ ਕੇ ਜਨਮ ਕਾਹੇ ਕੋ ਆਇਆ। ਭਗਤ ਕਬੀਰ ਸਾਹਿਬ ਜੀ ਮਹਾਰਾਜ ਕਹਿ ਰਿਹਾ, ਜਾਤ ਜੁਲਾਹਾ ਮਤ ਕਾ ਧੀਰ। ਪਰ ਸੱਚ ਇਹ ਵੇ, ਗੁਰੂ ਸਾਹਿਬ ਨੇ ਕਿਸੇ ਵੀ ਭਗਤ ਦੀ ਬਾਣੀ ਦੇ ਸਰਲੇਖ ਉੱਪਰ ਇਹ ਸ਼ਬਦ ਨਹੀਂ ਵਰਤੇ ਕਿ ਇਹ ਚਮਾਰ ਦੀ ਬਾਣੀ, ਇਹ ਛਿੰਬੇ ਦੀ ਬਾਣੀ, ਇਹ ਜੁਲਾਹੇ ਦੀ ਬਾਣੀ। ਸਤਿਗੁਰਾਂ ਨੇ ਇੰਨਾ ਪਵਿੱਤਰ ਸ਼ਬਦ ਦਿੱਤਾ ਕਿ ਭਗਤ ਸ਼ਬਦ ਦਿੱਤਾ ਹੈ। ਮੇਰੀ ਬੇਨਤੀ ਹੈ, ਜਿਵੇਂ ਉਸ ਧਰਤੀ ਦੇ ਜਿੰਨੇ ਰੂਹਾਨੀ ਮਹਾਂਪੁਰਸ਼ ਨੇ ਭਗਤ ਸਨ ਉਸ ਵਕਤ, ਉਹਨਾਂ ਦੀ ਬਾਣੀ ਸਤਿਗੁਰਾਂ ਨੇ ਇੱਕ ਜਗ੍ਹਾ ਤੇ ਇਕੱਤਰ ਕਰ ਦਿੱਤੀ। ਉਹਨੂੰ ਅਸੀਂ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਾਂ। ਗੁਰੂ ਅਰਜੁਨ ਦੇਵ ਮਹਾਰਾਜ ਸ਼ਹੀਦ ਹੁੰਦੇ ਆ, ਤੇ ਇਹ ਵੀ ਸੱਚ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬੋਲੀ ਦੀ ਕੋਈ ਸੰਕੀਰਨਤਾ ਨਹੀਂ, ਜਿਹੜੀ ਮਰਜ਼ੀ ਭਾਸ਼ਾ ਵਿੱਚ ਪਰਮਾਤਮਾ ਦਾ ਕੋਈ ਨਾਮ ਲਵੇ। ਇਹ ਤਾਂ ਖਾਲਸਾ ਰਾਜ ਹੈ ਜਿਹਦੇ ਵਿੱਚ ਮਨੁੱਖ ਨੂੰ ਬੋਲਣ ਦੀ ਪੂਰੀ ਸੁਤੰਤਰਤਾ ਹੋਵੇ, ਰੱਬ ਦਾ ਨਾਮ ਲੈਣ ਦੀ ਪੂਰੀ ਸੁਤੰਤਰਤਾ ਹੋਵੇ, ਉਹਨੂੰ ਰਹਿਣ ਦੀ ਪੂਰੀ ਸੁਤੰਤਰਤਾ ਹੋਵੇ। ਉਸ ਵਿੱਚ ਕੋਈ ਧੱਕਾ, ਕੋਈ ਜ਼ਾਤ, ਜ਼ੋਰ, ਜ਼ੁਲਮ ਨਾ ਹੋਵੇ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸੱਚ ਐਵੇਂ ਭਾਸ਼ਾ ਦੀ ਕੋਈ ਸੰਕੀਰਨਤਾ ਨਹੀਂ। ਅਰਬੀ ਨੂੰ ਵਰਤਿਆ, ਫਾਰਸੀ ਨੂੰ ਵਰਤਿਆ, ਸੰਸਕ੍ਰਿਤੀ ਵਰਤੀ, ਗਾਥਾ ਵਰਤੀ, ਸੰਸਕ੍ਰਿਤ ਵਰਤੀ, ਬ੍ਰਿਜ ਭਾਸ਼ਾ ਵਰਤੀ, ਲਹਿੰਦੀ ਵਰਤੀ। ਮੈਂ ਬੇਨਤੀ ਕਰਾਂ, ਅਨੇਕਾਂ ਭਾਸ਼ਾਵਾਂ ਦੀ ਵਰਤੋਂ ਕੀਤੀ ਹਜ਼ੂਰ ਨੇ। ਗੁਰੂ ਅਰਜੁਨ ਦੇਵ ਮਹਾਰਾਜ ਸ਼ਹੀਦ ਹੁੰਦੇ, ਗੁਰੂ ਹਰਗੋਬਿੰਦ ਸਾਹਿਬ ਗੁਰਤਾ ਗੱਦੀ ਤੇ ਅਸੀਨ ਹੁੰਦੇ ਆ, ਜਿੱਥੇ ਅਸੀਂ ਆਮ ਤੌਰ ਤੇ ਸ਼ਬਦ ਵਰਤਨੇ ਆ ਕਿ ਮੀਰੀ ਔਰ ਪੀਰੀ ਦਾ ਸੰਬੰਧ, ਧਰਮ ਔਰ ਸਿਆਸਤ ਦਾ ਸੰਬੰਧ। ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਗੁਰੂ ਘਰ ਦੇ ਅੰਦਰ ਕਿਸੇ ਵੀ ਦੁਨਿਆਵੀ ਬਾਦਸ਼ਾਹ ਦੇ ਦਖਲ ਨੂੰ ਸਵੀਕਾਰ ਨਹੀਂ ਕੀਤਾ ਗਿਆ। ਇਸ ਨੂੰ ਸੁਣਿਓ ਬੇਨਤੀ ਨੂੰ। ਚਲੋ ਮੀਰੀ ਤੇ ਪੀਰੀ ਅਸੀਂ ਧਰਮ ਤੇ ਸਿਆਸਤ ਦੀ ਗੱਲ ਕਰਨੇ ਆ, ਪਰ ਮੈਂ ਫਿਰ ਵੀ ਬੇਨਤੀ ਕਰਾਂਗਾ ਕਿ ਸਿੱਖੀ ਵਿੱਚ ਧਰਮ ਵਿੱਚ ਹੈ ਤੇ ਸਿਆਸਤ ਜਿਹੜੀ ਰਾਜਨੀਤੀ ਹਾਸ਼ੀਏ ਤੇ ਹੈ। ਪਰ ਬਦਕਿਸਮਤੀ ਇਹ ਵੇ ਕਿ ਅੱਜ ਧਰਮ ਹਾਸ਼ੀਏ ਤੇ ਕਰ ਦਿੱਤਾ ਗਿਆ, ਰਾਜਨੀਤੀ ਨੂੰ ਵਿੱਚ ਰੱਖਿਆ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋਤ, ਗੁਰੂ ਹਰਗੋਬਿੰਦ ਸਾਹਿਬ, ਦੋ ਕਿਰਪਾਨਾਂ ਪਾਈਆਂ, ਮੀਰੀ ਔਰ ਪੀਰੀ ਦੀ। ਉਹਨਾਂ ਨੇ ਤਖਤ ਰਚਿਆ। ਮੈਂ ਬੇਨਤੀ ਕੀਤੀ, ਇਹ ਸਾਰੇ ਇਸ਼ਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਆ ਚੁੱਕੇ ਸਨ ਪਰਮਾਤਮਾ ਤੇ ਗੁਰੂ ਲਈ। ਪਾਤਸ਼ਾਹ ਸ਼ਬਦ ਗੁਰੂ ਲਈ ਵਰਤਿਆ ਗੁਰੂ ਕੇ ਰਬਾਬੀਆਂ ਨੇ। ਹੋਵੇ ਸਿਬਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਏ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ। ਗੁਰੂ ਰਾਮਦਾਸ ਲਈ ਸ਼ਬਦ ਵਰਤੇ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਗੁਰੂ ਅਰਜੁਨ ਦੇਵ ਲਈ ਸ਼ਬਦ ਵਰਤੇ ਨੇ, ਤਖਤ ਬੈਠਾ ਅਰਜੁਨ ਗੁਰੂ, ਸਤਿਗੁਰ ਕਾ ਖੀਵੈ ਚੰਦੋਵਾ। ਅਸੀਂ ਸਾਰੇ ਸ਼ਬਦ ਬਾਣੀ ਚੋਂ ਪੜ੍ਹਨੇ। ਮਹਾਰਾਜ ਜੀ ਨੇ ਜਿਹੜੇ ਰੂਹਾਨੀ ਸੱਚੇ ਰਾਜ ਦਾ ਜ਼ਿਕਰ ਆਤਮਿਕ ਤੌਰ ਤੇ ਕੀਤਾ, ਇਹਨੂੰ ਕੇਵਲ ਅਦ੍ਰਿਸ਼ਟ ਨਹੀਂ ਰਹਿਣ ਦਿੱਤਾ ਵੀ ਇਹ ਚਲੋ ਜੀ ਅਦ੍ਰਿਸ਼ਟ ਰਾਜ ਕਹੇ ਸੁਰ ਸ਼ਬਦ ਦੀ ਕੇਵਲ ਗੱਲ ਜਿੱਥੇ ਕੀਤੀ, ਉੱਥੇ ਉਹਨੂੰ ਬਾਹਰਮੁਖੀ ਸਤਿਗੁਰਾਂ ਨੇ ਪੂਰਨ ਤੌਰ ਤੇ ਪ੍ਰਚਾਰਿਆ। ਅਕਾਲ ਤਖਤ ਸਤਿਗੁਰਾਂ ਨੇ ਬਣਾਇਆ, ਜਿਹੜਾ ਸਮੇਂ ਤੋਂ ਪਰੇ ਹੈ। ਇਹਦੇ ਉੱਪਰ ਟਾਈਮ ਦਾ, ਵਕਤ ਦਾ ਕੋਈ ਅਸਰ ਨਹੀਂ। ਉਸ ਵਕਤ ਦੇ ਬਾਦਸ਼ਾਹ ਸਨ, ਉਸ ਵਕਤ ਦਾ ਬਾਦਸ਼ਾਹ ਜਹਾਂਗੀਰ ਹੈ, ਸ਼ਾਹਜਹਾਂ ਦਾ ਹੈ। ਕਿੰਨੇ ਬੰਦੇ ਦਿੱਲੀ ਦੇ ਤਖਤ ਤੇ ਆਏ, ਤਖਤਾਂ ਤੋਂ ਚਲੇ ਗਏ, ਕਿਲੇ ਖੰਡਰਾਤ ਬਣ ਗਏ। ਪਰ ਯਾਦ ਰੱਖਿਓ, ਉਹ ਸਾਰੇ ਤਖਤ ਕਾਲ ਦੇ ਅਧੀਨ ਸਨ, ਉਹ ਟਾਈਮ ਦੇ ਅਧੀਨ ਸਨ। ਪਰ ਜਿਹੜਾ ਅਕਾਲ ਤਖਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਤਾ, ਸੱਚ ਇਹ ਵੀ ਉਹਦੇ ਉੱਤੇ ਸਮਾਂ ਪ੍ਰਭਾਵ ਕਦੀ ਨਹੀਂ ਪਾ ਸਕਦਾ। ਹਾਂ, ਵਕਤੀ ਤੌਰ ਤੇ ਬੈਠੇ ਹੋਏ ਬੰਦੇ, ਸਿਸਟਮ ਵਿੱਚ ਬੈਠੇ ਹੋਏ ਬੰਦੇ, ਉਹ ਗੁਨਾਹ ਗਲਤੀ ਕਰ ਸਕਦੇ ਆ। ਪਰ ਅਕਾਲ ਤਖਤ ਜੋ ਗੁਰੂ ਨੇ ਸਿਧਾਂਤ ਦਿੱਤਾ, ਫਿਰ ਉਹਨਾਂ ਬੰਦਿਆਂ ਨੂੰ ਸਜ਼ਾਵਾਂ ਵੀ ਲੋਕਾਂ ਦੇ ਸਾਹਮਣੇ ਦਿੰਦਾ ਹੈ। ਮੈਂ ਚਲੋ ਸ਼ਬਦ ਦੇ
ਸਖਤ ਵਰਤੇ ਆ, ਪਰ ਉਹ ਤਖਤ ਸੱਚ ਹੈ, ਕੱਲੀਆਂ ਇੱਟਾਂ ਨਹੀਂ, ਉਸ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਕਲਾ ਵਰਦੀ। ਅਗਲੀ ਗੱਲ ਕਿ ਉਸ ਵਕਤ ਜਿਹੜਾ ਬਾਦਸ਼ਾਹੀ ਸਿਸਟਮ ਸੀ, ਆਪ ਨੂੰ ਪਤਾ ਹੈ ਕਿ ਮੁਗਲਾਂ ਦੇ ਕਾਲ ਵਿੱਚ ਵੀ ਰਾਜੇ ਸਨ, ਉਹ ਸੁਤੰਤਰ ਸਨ, ਉਹਨਾਂ ਦਾ ਰਾਜ ਭਾਗ ਸੀ, ਪਰ ਉਹਨਾਂ ਰਾਜਿਆਂ ਨੂੰ ਬਾਦਸ਼ਾਹ ਕੋਲੇ ਦੱਸਣਾ ਪੈਂਦਾ ਸੀ ਕਿ ਜੇ ਘਰ ਪੁੱਤਰ ਜਨਮ ਲੈਂਦਾ, ਕਿਸੇ ਪਟਰਾਣੀ ਦੀ ਕੁੱਖ ਚੋਂ ਜਨਮ ਲੈਂਦਾ, ਉਹਨੂੰ ਦੱਸਣਾ ਪੈਣਾ ਸੀ ਕਿ ਮੈਂ ਤੁਹਾਡੀ ਰਾਇਆ ਖਾਂ, ਮੈਂ ਰਾਜਾ ਜ਼ਰੂਰ ਖਾਂ, ਪਰ ਬਾਦਸ਼ਾਹ ਨੂੰ ਦੱਸਣਾ ਪੈਣਾ ਸੀ ਵੀ ਮੇਰੇ ਤੋਂ ਬਾਅਦ ਮੇਰੇ ਤਖਤ ਦਾ, ਮੇਰੇ ਰਾਜ ਭਾਗ ਦਾ ਮਾਲਕ ਆ ਮੇਰਾ ਪੁੱਤਰ ਹੋਵੇਗਾ। ਪਰ ਯਾਦ ਰੱਖਿਓ, ਗੁਰੂ ਘਰ 'ਚ ਬਾਦਸ਼ਾਹ ਦਾ ਦਖਲ ਸਵੀਕਾਰ ਨਹੀਂ ਕੀਤਾ ਗਿਆ। ਦੁਨਿਆਵੀ ਰਾਜਿਆਂ ਦੇ ਖੈ ਇਸੇ ਪ੍ਰਵੇਕ ਵਿੱਚ 3 ਬੰਦੇ ਖਾਸ ਕਰਕੇ, ਬਾਬਾ ਪਿਰਥੀ ਚੰਦ, ਉਹਦਾ ਪੁੱਤਰ ਮਿਹਰਬਾਨ ਖਾਸ ਕਰ, ਧੀਰਮਲ, ਰਾਮ ਰਾਏ, ਇਹ ਗੁਰੂ ਅੰਸ਼ ਨੇ ਨਾ। ਆਪ ਸਭ ਨੂੰ ਪਤਾ ਹੈ ਵੀ ਸੁਲਗੀ ਨੂੰ ਚਾੜ ਕੇ ਪਿਰਥੀਆ ਲੈ ਕੇ ਆਇਆ ਹੈ। ਧੀਰਮਲ ਵੀ ਗੰਢ ਸੰਡ ਕਰੀ ਬੈਠਾ ਹੈ। ਰਾਮ ਰਾਏ ਤਾਂ ਦਿੱਲੀ ਜਾ ਕੇ ਇਹ ਵੀ ਰੌਲਾ ਪਾਇਆ ਕਿ ਵੱਡਾ ਪੁੱਤਰ ਮੈਂ ਖਾਂ, ਗੱਦੀ ਮੈਨੂੰ ਮਿਲਣੀ ਚਾਹੀਦੀ ਹੈ। ਪਿਰਥੀ ਚੰਦ ਨੇ ਪਹਿਲਾ ਰੌਲਾ ਪਾਇਆ। ਇਹਦਾ ਮਤਲਬ ਜਿਹੜਾ ਸੱਚ ਦਾ ਤਖਤ ਹੈ ਉਹਦੇ ਵਿੱਚ ਬਾਦਸ਼ਾਹ ਦੀ ਕੋਈ ਦਖਲਅੰਦਾਜ਼ੀ ਨਹੀਂ। ਇੱਥੇ ਦੱਸਣਾ ਨਹੀਂ ਪੈਣਾ ਕਿ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਗੁਰੂ ਹਰਰਾਏ ਸਾਹਿਬ ਬਣੇਗਾ, ਬਾਦਸ਼ਾਹ ਨੂੰ ਲਿਖ ਕੇ ਦਿਓ। ਗੁਰੂ ਹਰਰਾਏ ਸਾਹਿਬ ਨੂੰ ਲਿਖ ਕੇ ਨਹੀਂ ਦੇਣਾ ਪੈਣਾ ਕਿ ਮੇਰੇ ਤੋਂ ਬਾਅਦ ਮੇਰਾ ਪੁੱਤਰ ਹਰਕ੍ਰਿਸ਼ਨ ਬਣੇਗਾ। ਸੱਚ ਇਹ ਵੇ ਕਿ ਉਸ ਧਰਤੀ ਤੇ ਸਭ ਤੋਂ ਵੱਡੀ ਗੱਲ ਮਾਨਸਿਕ ਆਜ਼ਾਦੀ, ਸਰੀਰਕ ਆਜ਼ਾਦੀ ਦੀ ਇਹ ਕਹਾਂ ਜਿਹੜੀ ਗੁਰੂ ਦੇਵ ਨੇ ਗੁਲਾਮੀ ਕੱਟੀ, ਇੱਥੇ ਪਿਰਥੀਆ, ਰਾਮ ਰਾਏ, ਧੀਰਮਲ ਜ਼ੋਰ ਲਾਉਂਦੇ ਰਹਿ ਗਏ। ਬਾਦਸ਼ਾਹ ਕੋਲ ਅਪਰੋਚ ਕੀਤੀ, ਪਰ ਗੁਰੂ ਘਰ ਦੇ ਅੰਦਰ ਕਿਸੇ ਵੀ ਦੁਨਿਆਵੀ ਬਾਦਸ਼ਾਹ ਦਾ ਗੱਦੀ ਦੇ ਮਸਲੇ ਵਿੱਚ ਦਖਲ ਬਰਦਾਸ਼ਤ ਨਹੀਂ ਕੀਤਾ ਗਿਆ, ਦਖਲ ਦੇਣ ਨਹੀਂ ਦਿੱਤਾ ਗਿਆ। ਮੇਰੇ ਸਤ ਗੁਰਾਂ ਨੇ ਕਿਰਪਾ ਕੀਤੀ। ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਗੁਰੂ ਹਰਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਔਰ ਫਿਰ ਸਤਿਗੁਰੂ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੂੰ ਅਸੀਂ ਧਰਮ ਦੀ ਚਾਦਰ, ਸ੍ਰਿਸ਼ਟੀ ਦੀ ਚਾਦਰ, ਕਈ ਸੱਜਣ ਖਿੰਦ ਦੀ ਚਾਦਰ ਸ਼ਬਦ ਵਰਤਦੇ ਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਧਰਤੀ ਤੇ 3 ਗੱਲਾਂ ਦੀ ਸ਼ਹਾਦਤ ਹੈ: ਧਰਮ ਦੀ ਰੱਖਿਆ, ਧਰਮ ਦੀ ਸੁਤੰਤਰਤਾ ਤੇ ਆਤਮ ਪੁਰਖ ਦੀ ਜਿਹੜੀ ਗੌਰਵਤਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਉਹਦੇ ਲਈ ਸ਼ਹੀਦ ਹੋਏ। ਉਸ ਵਿੱਚ ਖਾਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੇ ਸ਼ਬਦ ਵਰਤੇ, ਉਹਨਾਂ ਨੇ ਦਿੱਲੀ ਦੇ ਤਖਤ ਤੇ ਬੈਠੇ ਹੋਏ ਬਾਦਸ਼ਾਹ ਲਈ ਜਿਹੜਾ ਸ਼ਬਦ ਵਰਤਿਆ ਉਹ ਹੈ ਠੀਕਰ ਫੋਰ ਦਲੀਸ ਸਿਰ ਪ੍ਰਭੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਮਾਨ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਦਿਨ ਆਪ ਜੀ ਮਨਾ ਰਹੇ ਹੋ, ਵੈਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੀਸ ਦੀ ਮੰਗ ਕੀਤੀ। 5 ਸਿੱਖਾਂ ਨੇ ਆਪਣੇ ਸੀਸ ਭੇਟ ਕੀਤੇ। ਪਰ ਇਸ ਨੁਕਤੇ ਨੂੰ ਫਿਰ ਮੇਰੀ ਬੇਨਤੀ ਹੈ, ਜਿੰਨੀ ਕੁ ਮੈਨੂੰ ਗੁਰੂ ਨੇ ਸੋਝੀ ਦਿੱਤੀ ਮੈਂ ਆਪਣੇ ਵਿਚਾਰ 'ਚ ਦਾਅਵਾ ਨਹੀਂ ਕਰਾਂਗਾ। ਫਿਰ ਪਿਛੋਕੜ ਵੱਲ ਜਾਇਓ। ਗ੍ਰੰਥ ਵਿੱਚ ਜਿਨ੍ਹਾਂ ਨੂੰ ਲੋਕ ਗੁਰਮਤ ਨਹੀਂ, ਕੋਈ ਕਹਿ ਰਿਹਾ ਸੀ ਚਮਾਰ ਨੇ, ਛਿੰਬੇ ਨੇ, ਤੁਹਾਡੇ ਸਾਹਮਣੇ ਬਾਣੀ 'ਚੋਂ ਭਗਤ ਬੋਲਦੇ ਆ। ਸ਼ਬਦ ਦੇ ਰੂਪ ਵਿੱਚ ਸਤਿਗੁਰਾਂ ਨੇ ਗ੍ਰੰਥ ਵਿੱਚ ਉਹਨਾਂ ਨੂੰ ਬਖਸ਼ਿਸ਼ ਕੀਤੀ। ਉਹਨਾਂ ਦੀ ਰਚਨਾ, ਉਹਨਾਂ ਦੇ ਸ਼ਬਦ ਨੂੰ ਗ੍ਰੰਥ ਵਿੱਚ ਥਾਂ ਦੇ ਕੇ ਗੁਰੂ ਗ੍ਰੰਥ ਦਾ ਸਤਿਗੁਰਾਂ ਨੇ ਸਾਡੇ ਸਾਹਮਣੇ ਇਹ ਬਖਸ਼ਿਸ਼ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਨੂੰ ਫਿਰ ਉਸ ਸ਼ਬਦ ਨੂੰ ਪ੍ਰੈਕਟੀਕਲ ਤੌਰ ਤੇ, ਮੈਂ ਫਿਰ ਆਪ ਨੂੰ ਕਿਹਾ ਸੀ, ਤਖਤ, ਛਤਰ, ਚਬਰ, ਹੁਕਮਨਾਮੇ ਜਿੱਥੇ ਅਦ੍ਰਿਸ਼ਟ ਰੂਹਾਨੀ ਤੌਰ ਤੇ ਆਪਣੇ ਅਰਥ ਰੱਖਦੇ ਆ, ਉੱਥੇ ਸਤਿਗੁਰਾਂ ਨੇ ਸੱਚ ਐਵੇਂ ਗ੍ਰੰਥ ਵਿੱਚ ਜਿੰਨੇ ਮਹਾਂਪੁਰਖ ਨੇ ਉਹਨਾਂ ਨੂੰ ਬਾਹਰੀ ਤੌਰ ਤੇ, ਦ੍ਰਿਸ਼ਟਮਾਨ ਦੇ ਤੌਰ ਤੇ ਭਾਈ ਦਇਆ ਰਾਮ ਜੀ, ਭਾਈ ਧਰਮਚੰਦ ਜੀ, ਭਾਈ ਹਿੰਮਤ ਸਿੰਘ ਜੀ, ਜਿੰਨੇ ਸ਼ਬਦ ਨੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਜਾਟ, ਖੱਤਰੀ, ਛਿੰਬਾ, ਝੂਰ, ਨਾਈ, ਇਹ ਕੀ ਸੀ ਜੀ? ਇਹ ਸੱਚਮੁੱਚ ਕਿ ਜਿੱਥੇ ਰੂਹਾਨੀ ਦਾਤ ਸਤਿਗੁਰੂ ਨੇ ਦਿੱਤੀ, ਉੱਥੇ ਸਦੀਆਂ ਤੋਂ ਬਣੀ ਹੋਈ ਮਾਨਸਿਕ ਗੁਲਾਮੀ ਤੇ ਸਰੀਰਕ ਗੁਲਾਮੀ ਗੁਰਦੇਵ ਨੇ ਤੋੜ ਕੇ ਰੱਖ ਦਿੱਤੀ। 5 ਨੇ ਸੀਸ ਦਿੱਤੇ, ਹਜ਼ੂਰ ਨੇ ਅੰਮ੍ਰਿਤ ਦੀ ਦਾਤ ਦਿੱਤੀ। ਉਹਨਾਂ ਤੋਂ ਬਾਅਦ ਸਤਿਗੁਰਾਂ ਨੇ ਆਪ ਅੰਮ੍ਰਿਤ ਦੀ ਦਾਤ ਲਈ। ਇੱਥੇ ਗੱਲ ਯਾਦ ਰੱਖਿਓ, ਗੁਰੂ ਸਾਹਿਬ ਜੀ ਨੇ ਉਸ ਵਕਤ 5 ਵਿੱਚ ਜਿਹੜੀ ਬਖਸ਼ਿਸ਼ ਕੀਤੀ, ਕਿਉਂਕਿ ਇਸ ਨੂੰ ਵੀ ਅਸੀਂ ਆਮ ਤੌਰ ਤੇ ਇਗਨੋਰ ਜਿਹਾ ਕਰਕੇ ਚਲੇ ਜਾਂਦੇ ਹਾਂ,
ਪੰਜਾਂ ਨੇ ਅੰਮ੍ਰਿਤ ਦਿੱਤਾ। ਕੇਵਲ 1699 ਤੱਕ ਉਹ ਸੀਮਿਤ ਨਹੀਂ ਰਿਹਾ। 1699 ਦੀ ਵੈਸਾਖੀ ਨੂੰ ਸ਼ੁਰੂਆਤ ਹੋਈ ਉਹਨਾਂ ਪੰਜਾਂ ਪਿਆਰਿਆਂ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅੱਜ ਵੀ ਇੱਕੋ ਵੇਲੇ ਹਜ਼ਾਰਾਂ ਪੰਜਾਂ ਪਿਆਰਿਆਂ ਦੇ ਜਥੇ, ਮੈਂ ਫਿਰ ਵਰਤਾਂ ਸ਼ਬਦ ਹਜ਼ਾਰਾਂ ਜਥੇ, ਵੈਸਾਖੀ ਵਾਲੇ ਦਿਨ ਅੰਮ੍ਰਿਤ ਸੰਚਾਰ ਕਰਦੇ ਨੇ। ਪਰ ਉਸ ਪੰਜਾਂ ਪਿਆਰਿਆਂ ਦੀ ਸੰਸਥਾ ਨੂੰ, ਉਸ ਸਿਧਾਂਤ ਨੂੰ ਕੇਵਲ ਆਨੰਦਪੁਰ ਤੱਕ ਨਹੀਂ ਕਿਹਾ ਵੀ ਸਿਰਫ ਜਿਹੜੇ ਇੱਥੇ ਪੰਜ ਪਿਆਰੇ ਨੇ ਉਹੀ ਅੰਮ੍ਰਿਤ ਹੋਵੇਗਾ। ਸਤਿਗੁਰਾਂ ਨੇ ਇੰਨਾ ਵਿਸ਼ਾਲ ਸਰਵ ਵਿਆਪਕ ਰੂਪ ਦੇ ਦਿੱਤਾ। ਹਜ਼ਾਰਾਂ ਪੰਜਾਂ ਪਿਆਰਿਆਂ ਦੇ ਜਥੇ ਦੇਸ਼ ਵਿਦੇਸ਼ ਵਿੱਚ ਇੱਕੋ ਵੇਲੇ ਅੰਮ੍ਰਿਤ ਜੀ ਸੰਚਾਰ ਕਰਦੇ ਹੋਣ, ਅੰਮ੍ਰਿਤ ਦੀ ਦਾਤ ਦਿੰਦੇ ਹੋਣ। ਸੱਚ ਇਹ ਵੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀ ਕਲਾ ਹਜ਼ਾਰਾਂ ਜਥਿਆਂ ਵਿੱਚ ਵੀ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਵਰਤਦੀ ਹੈ। ਉੱਥੇ ਸਤਿਗੁਰਾਂ ਨੇ ਫਿਰ ਸਾਡੇ ਤੇ ਬਖਸ਼ਿਸ਼ ਕੀਤੀ, ਜਿਹੜੇ ਸਾਨੂੰ ਗੁਰੂ ਸਾਹਿਬ ਦੀ ਬਾਣੀ ਚੋਂ ਵੀ ਮਿਲਦਾ ਹੈ। सेव करी इन्हीं की पावत और की सेव सुहात न जी को, दान दियो इन्हीं को पलो और आन को दान न लागत निको। खालसा जी एडा वड्डा सन्मान दिता, इन्हीं की कृपा के सजे खम है, नहीं मैं मोसो गरीब करोड़ परे। धन गुरु गोबिंद सिंह जी ने उस दिन सानू एक शब्द दिता, सरदार खालसा। ते आप सब नू पता है, क्योंकि साडे विद्वान खालसे दे अर्थ एक तां शुद्ध रूप करदे आ, पवित्र करदे आ, पर ज़्यादातर अर्थ ये ने खालसा वो भोए जमीन, वो जमीन का टुकड़ा जिहदा संबंध किसी बादशाह नाल, राजे नाल नहीं, जिहदे उत्ते कोई मामला, कोई लगान, कोई टैक्स नहीं। खालसा वो जमीन जिहदा संबंध सीधा बादशाह नाल है। खालसा वो स्वतंत्र होया सिख है, वो मनुख है जिहदा सच्ची मुच्ची किसा विचोले नाल नहीं, सीधा संबंध अकाल पुरख दे नाल है। धन गुरु गोबिंद सिंह जी ने शब्द कहे कि जाकी जात गोत कुल माही, सरदारी ना भई कदाही, इन्हीं को सरदार बनाऊं तबै गोबिंद सिंह नाम कहाऊं। यही शब्द वरतया, इन गरीब सिंगन को देऊं पातशाही, याद करे हमरी गुरियाई। उस तो बाद जंगां हुंदियां ने, चारे साहिबजादे शहीद हुंदे आ, हजूर सच्चे पातशाह महाराज जी दे माता जी शहीद हुंदे आ, 3 प्यारे शहीद हुंदे आ। सतगुरु जफरनामा लिखते हैं, उस भी देखो जो गुरबाणी ने क्या, राजे चुली न्याव की, जड़ा राजा है वो इंसाफ करे। यही कारण कि सतगुरु औरंगजेब दे अंदर नूं झंझोड़दे शब्द कहंदे आ कि ना इमा प्रस्ती ना उजाए दी, ना साहिब शनासी ना मुहम्मद यकी। तेनू मुहम्मद ते भरोसा नहीं, तेनू शरा ते यकीन नहीं। उस नूं भी समझाया जा रहा है कि कसम की हुंदी है, राजा की हुंदा है। मैं आप नूं बेनती करा कि सिखां दे मन च ये गल बैठ चुकी है कि जिस को राज भाग है वो अपनी मर्जी करदा, पर सिख राज भाग च अपनी मर्जी नहीं करदा, वो गुरु दे हुक्म चलदा है। बाबा बंदा सिंह बहादुर हुंदे आ, भावें उन्हां दा समां थोड़ा है, इलाके दे तौर ते भी असीं देखीए थोड़ा है। बाबा बंदा सिंह बहादुर बदकिस्मती है भारत की, उत्थे पढ़ाया नहीं जा रहा, उत्थे वो लड़ाइयां पढ़ाइयां जांदियां ने जिन्हां तो मार खा के हार के आए। कदी किसी ने दसिया कि गुरु गोबिंद सिंह दा बंदा, उहदा साजिया होया बंदा, उन्हें कई 100 सालां दी गुलामी दियां जंजीरां कट दित्तियां जदों चप्पड़ चिड़ी दे मैदान विच बाबा बंदा सिंह बहादुर ने वजीर खान नूं मार मुकाया है। वो जो चेतू जरनैल के रूप में सरहंद की धरती विच उन्होंने प्रवेश किया। हज़ारां सिख जिहड़े ने शहीद हुए। बाबा बंदा सिंह बहादुर ने एक हलीमी राज की नींह रखी। तो यह भी मैं भरोसे नाल कहना कि बाबा बंदा सिंह बहादुर की सारी जिंदगी किते एक पैसे का रवादार नहीं, जितना मर्जी पैसा हुंदा है वो खालसे विच वंड दिंदा है। अपने नाल कोई नाम नहीं जोड़िया, जथेदार नहीं किया, सिंह साहब नहीं किया, कोई शब्द नहीं किया। रतन सिंह भंगू कहंदा एक ही शब्द कहंदा है, मैं हूँ उसी पुरख का दासा जिसने कीनो पंथ प्रकाशा। मैं उस दा दास हाँ, गुरु गोबिंद सिंह दा दास हाँ। ये भी सच है, साडी घरोगी फुट ने सो मनीए सदियां लंघ चुकियां ने कि साडे उस राज भाग नूं गवाया। गुरदास नंगल दी गढ़ी च बाबा बंदा सिंह बहादुर पकड़े गए। आप सब नूं पता है
कि दिल्ली शहीद किया गया, उन्होंने पुत्र का कलेजा उन्होंने मूँह विच पाया गया। पर सिखां ने कुछ समय लिए राज करके थोड़े खिते भी चलाया। फिर बेनती सुनियो, 1699 तो बाद बाबा बंदा सिंह बहादुर राज भाग कायम करते हैं, पर उसके राज भाग विच धर्म नूं गुरु नूं अखां तो दूर नहीं किया। जदों अपने आप लई लफज सिख वरते ते अंदरों गुरु नूं दूर करदा, फिर वो सिख रहिंदा नहीं। बाबा बंदा सिंह बहादुर राज भाग कायम करते हैं ते वो मोहर कादी लांदे आ, सिक्का कादा चलांदे आ, देगो तेगो फतेह नुसरत बेदरंग याफत अज नानक गुरु गोबिंद सिंह। देग ते तेग दी फतेह मिली बिना देरी तो, पर अपने आप नहीं, गुरु नानक साहब ते गुरु गोबिंद सिंह दी किरपा दे नाल मिली। बाबा बंदा सिंह बहादुर दी शहादत तो बाद मैं शब्द वरतांगा, एक सदी पूरी सरदारियां भी आईयां, समा आया, उस विच शहादतां भी बहुत हुईयां। छोटा कल्लूकारा होया, वड्डा कल्लूकारा होया, सिखां दे बंद बंद कट्टे गए, चरखड़ियां ते चाड़े गए, जिउंदे सारे गए। सच ये वे हर तरह का तसीहा सिखां नूं दिता। खालसा जी की सिरजना तो एक सदी बाद महाराजा रणजीत सिंह ने खालसा सरकार दी, खालसा राज दी, खालसा तखत का फिर निर्माण किया है। महाराजा रणजीत सिंह ने 40 साल राज किया, आप सब जानते हो। पर मैं बेनती करांगा, उस दे राज विच किसी नाल धक्का नहीं, किसी नाल जोर नहीं, खालसे का राज से कदी रणजीत सिंह सिंघासन ते नहीं बैठते। जदों भी महाराजा रणजीत सिंह बैठता है, वो कुर्सी ते बैठता है। वो गुरु रामदास का अपने आप को सेवक चाकर दसदा है। समा आया, डोगरियां ने, वक्त आया, शाम सिंह अटारी की मौत नाल, उहदी शहादत नाल सिख राज का मैं कहा आखिरी थंम डिकिया, पंजाब गुलाम हो गया। जिहदे बारे शाह मुहम्मद ने कहा, जंग हिंद पंजाब का होण लगा, दोवें पातशाही फौजां भारियां ने, उन्हें हिंद पंजाब शब्द वरतिया। सिख अंग्रेज़ों की खातर बाहरले मुल्कों में लड़े, उन्होंने विश्व जंग में लड़े। समा आया, मुल्क आज़ाद होया, सिखां नूं जरीम पेशा कौम सब तो पहला तोहफा दिता गया। मैं बेनती करा, उस तो बाद 47 तो बाद साडे ते शक की नज़र आई, 84 आया, जिहड़ा ना भुलिया जा सकता है, ना माफ़ किया जा सकता है। सिख अज भी संघर्षशील है अपने राज भाग अपने घर ली। पर मैं फिर बेनती करा, जिवें गुरु नानक का शब्द सर्ब व्यापी, सर्बकाली, सब नूं अपनी झोली विच गलवकड़ी विच लैंदा है, खालसा राज का संकल्प वो है कि जिथे दो मना सेम एक सुआही, जिथे खलेमी राज है, उस वास्ते आप सारे यतनशील हो। तो मैं सिर्फ एको बेनती करांगा, जिन्नी देर तक आपसी ईरखा द्वेष तो मुक्त नहीं होंदे, सच ये मंजिल मिलनी बड़ी मुश्किल होंदी है। पर असी गुरु ते भरोसा करके चलन वाले हैं। सतगुरु ने शब्द कहा भी निश्चय कर अपनी जीत करो। तो मैं बेनती करांगा श्रीमान भाई वीर सिंह की इस रचना दे नाल कि ढैंदी कला ना ही कदी होवे। मैं फिर क्या, बाबा बंदा सिंह बहादुर की शहादत तो बाद तुसी हिसाब ला लो 75 साल बाद, भावें मिसलां आउंदियां, नवाबी आउंदी, 75 साल तो बाद, इउं कह लो 1699 की विसाखी तो एक सदी बाद शब्द वरता, खालसा राज का परचम झुलिया। भाई वीर सिंह की गल नूं याद रखियो, उच्चा उठ जिमी तो प्यारे, तेनू खंभ रब ने लाए, ओ क्यों रेड़े गोडियां पर ने, जो उड आसमानी जाए, उच्ची नज़र ते हिम्मत उच्ची, दाइया उच्चा रखी, अरशी तान जिदे कोई पल्ले, सो क्यों पुंजे आए। उच्ची नज़र ते हिम्मत उच्ची, दाइया उच्चा रखी, अरशी तान जिदे कोई पुल्ले, सो क्यों पुंजे आए। सतगुरु किरपा करे, सानू सिमरन बाणी नाम भजन बंदगी दी दात बख्शे। आप सब दा धन्नवाद। मेरे तो बोलदियां लफज तो लफज बेअंत भुल्लां होईयां ने, बख्श देना जी। वाहिगुरु जी का खालसा, वाहिगुरु जी की